ਤੁਸੀਂ ਵੇਖੋ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਆਏ ਆਪਦੀ ਉਹ ਜॉय ਰਾਈਡ ਵਾਸਤੇ, ਇੱਕ ਫੋਟੋ ਓਪਰਚੁਨਿਟੀ, ਇੱਕ ਸੈਰ ਸਪਾਟੇ ਵਾਸਤੇ ਇੱਥੇ ਆਏ। ਉਹਨਾਂ ਦੇ ਭਾਸ਼ਣ 'ਚ ਹੀ ਉਹ ਹਮਦਰਦੀ ਨਹੀਂ ਸੀ। ਮਗਰੋਂ ਉੱਠ ਕੇ ਜਿਹੜਾ ਆਪਣੇ ਇੱਕ ਕਾਂਗਰਸ ਦੇ ਪ੍ਰਧਾਨ ਹੈ ਜਿਨ੍ਹਾਂ ਦਾ ਨਵਾਂ ਨਾਂ ਬਾਜਵਾ ਸਾਹਿਬ ਤੇ ਦੂਲੋ ਸਾਹਿਬ ਨੇ ਰੱਖਿਆ, ਤੋਤਾ ਸਿੰਘ, ਇਹ ਇਹਨਾਂ ਦਾ ਤੋਤਾ ਜਾਖੜ, ਉਹਦੇ ਬਾਰੇ ਉਹਨੇ ਉੱਠ ਕੇ ਕਿਹਾ ਕਿ ਜੀ ਤੁਸੀਂ ਉਹਨਾਂ ਦੀ ਗੱਲ ਵੀ ਕਰੋ ਜਿਹੜੇ ਅੱਖਾਂ ਤੋਂ ਜਿਨ੍ਹਾਂ ਦੀ ਰੋਸ਼ਨੀ ਗਈ ਹੈ। ਮੈਂ ਪੁੱਛਣਾ ਚਾਹੁੰਦਾ, ਗੱਲ ਤਾਂ ਤੁਸੀਂ ਕਰਤੀ ਸਟੇਜ 'ਤੇ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਤਰਨ ਤੋਂ ਮੁੜਿਆਂ ਨੂੰ? ਕਿਉਂ ਨਹੀਂ ਹਾਲੇ ਤੱਕ ਕੋਈ ਅਫਸਰ ਇਹਨਾਂ ਤੱਕ ਪਹੁੰਚਿਆ? ਦਿਨਕਰ ਗੁਪਤਾ ਜੀ ਨੂੰ ਇੱਕ ਗੱਲ ਦੀ ਇਕੱਲੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਮੈਂ ਕਿ ਜਿਹੜਾ 2-3 ਦਿਨ ਪ੍ਰੈਸ ਨੋਟ ਬੜੇ ਕੱਟੇ ਕਿ ਅੱਜ 20,000 ਫੜ ਲਈ, ਅੱਜ 27,000 ਫੜ ਲਈ। ਤੇ ਮੈਂ ਦਿਨਕਰ ਜੀ ਨੂੰ ਪੁੱਛਣਾ ਚਾਹੁੰਦਾ ਤੇ ਪਹਿਲਾਂ ਧਿਆਨ ਕਿੱਥੇ ਭਟਕਦਾ ਫਿਰਦਾ ਸੀ? ਇਹ ਸੇਮ ਵੇ ਜਿਵੇਂ ਦੁਸ਼ਹਿਰੇ ਟ੍ਰੈਜਡੀ ਵਾਲੇ ਗਰੀਬ ਰੋਲੇ ਸੀ, ਜਿਵੇਂ ਬਟਾਲੇ ਟ੍ਰੈਜਡੀ ਵਾਲੇ ਗਰੀਬ ਰੋਲੇ ਸੀ, ਉਸ ਤਰ੍ਹਾਂ ਇਹ ਗਰੀਬ ਰੋਲੇ ਨੇ। ਇਹਨਾਂ ਨੇ ਕਾਂਗਰਸ ਨੇ ਕੱਖ ਹੋਰ ਨਹੀਂ ਕੀਤਾ। ਅੱਜ ਜੀ ਸਾਰਿਆਂ ਦਾ ਪਹਿਲਾਂ ਤਾਂ ਇੱਥੇ ਆਉਣ ਤੇ ਬਹੁਤ ਧੰਨਵਾਦ ਤੁਹਾਡਾ, ਮਗਰ ਅੱਜ ਤੁਹਾਨੂੰ ਯਾਦ ਕਰਨ ਦਾ ਵੱਡਾ ਕਾਰਨ ਇਹ ਬਣਿਆ ਕਿ ਜਿਹੜੀ ਪੰਜਾਬ ਦੀ ਹੁਕਮਰਾਨ ਕਾਂਗਰਸ ਦੀ ਸਰਕਾਰ ਹੈ, ਉਹਨਾਂ ਦੀ ਦੋਗਲੇ ਮਾਪਦੰਡ ਤੇ ਉਹਨਾਂ ਦਾ ਜਿਹੜੇ ਪਰਿਵਾਰਾਂ ਦੀ ਜਾਨ ਕਾਂਗਰਸ ਦੀ ਹੁਕਮਰਾਨ ਦੇ ਐਮਐਲਏਆਂ ਕਰਕੇ, ਸਰਕਾਰ ਕਰਕੇ, ਜਿਨ੍ਹਾਂ ਨੇ ਆਪਦੀ ਪਰਿਵਾਰਾਂ ਨੇ ਜਾਨਾਂ ਗਵਾਈਆਂ ਨੇ, ਜਾਂ ਜਿਨ੍ਹਾਂ ਨੇ ਆਪਣੀ ਪਰਮਾਨੈਂਟ ਡਿਸੇਬਿਲਿਟੀ ਹੋਈ ਆ, ਜਿਨ੍ਹਾਂ ਦੀ ਆਈਸਾਈਟ ਚਲੀ ਗਈ ਆ, ਅੱਖਾਂ ਦੀ ਰੋਸ਼ਨੀ ਚਲੀ ਗਈ ਆ, ਉਹਨਾਂ ਪਰਿਵਾਰਾਂ ਨਾਲ ਕਿਸੇ ਤਰੀਕੇ ਦੀ ਵੀ ਸਰਕਾਰ ਦੀ ਕੋਈ ਹਮਦਰਦੀ ਵੇਖਣ ਨੂੰ ਨਹੀਂ ਮਿਲ ਰਹੀ। ਕੇਵਲ ਤੇ ਕੇਵਲ ਇਹ ਐਟੀਟਿਊਡ ਅਪਣਾਇਆ ਜਾ ਰਿਹਾ ਕਿ ਕਿਵੇਂ ਸਮਾਂ ਟਪਾਓ, ਮੌਕਾ ਟਪਾਓ, ਖਬਰਾਂ ਲੱਗਣ ਤੋਂ ਹਟ ਜਾਣ ਤੇ ਗੱਲ ਲੋਕ ਭੁੱਲ ਜਾਣ ਤੇ ਗੱਲ ਗਾਂਹ ਜਾਵੇ। ਮੈਂ ਬਾਰ-ਬਾਰ ਆਈ ਵਾਰੀ ਭਾਵੇਂ ਇਹ ਗੱਲ ਨੂੰ ਲਿਆਉਣਾ, ਮਗਰ ਮੈਂ ਇਸੇ ਲਈ ਲਿਆਉਣਾ ਕਿ ਜੋ ਕੁਝ ਬਟਾਲੇ ਬਲਾਸਟ ਜਾਂ ਦੁਸ਼ਹਿਰੇ ਦੇ ਇਨਸੀਡੈਂਟ ਦਾ ਉਹ ਕੁਝ ਇੱਥੇ ਹੋ ਰਿਹਾ। ਅੱਜ ਵੀ ਸਾਡੇ ਤਰਨਤਾਰਨ ਜ਼ਿਲ੍ਹੇ ਵਾਲੇ ਉਹਨਾਂ ਨੇ ਸੰਪਰਕ ਕੀਤਾ ਕਿਉਂਕਿ ਸਰਕਾਰ ਨੇ, ਇਹ ਸਰਕਾਰ ਕੋਲ ਮੰਗ ਉੱਠੀ ਸੀ ਕਿ ਇੱਕ ਤਾਂ ਕਾਰਵਾਈ ਕਰੋ 302 ਦੀ ਜਿਨ੍ਹਾਂ ਨੇ ਸਪਿਰਿਟ ਵੇਚੀ ਹੈ, ਇੱਕ ਮੁਆਵਜ਼ੇ ਦੀ। ਦੋਨਾਂ ਕੰਮਾਂ 'ਚ ਸਰਕਾਰ ਫੇਲ ਹੋਈ ਹੈ। ਔਰ ਵੱਡੀ ਗੱਲ, ਦੁੱਖ ਦੀ ਗੱਲ ਹੈ ਕਿ ਜਿਹੜੇ ਪਰਮਾਨੈਂਟਲੀ ਡਿਸੇਬਲ ਹੋ ਗਏ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪੱਕੀ ਚਲੀ ਗਈ ਹੈ, ਅੱਜ ਮੈਂ 5-6 ਜੀ ਤੁਹਾਡੇ ਕੋਲ ਲੈ ਕੇ ਆਇਆ। ਅਸੀਂ ਇਕੱਲੇ ਨਾਲ ਸੰਪਰਕ ਕਰਕੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਚਾਹਾਂਗੇ ਤੁਸੀਂ ਵੀ ਕਰੋ, ਅਸੀਂ ਵੀ ਕਰਾਂਗੇ। ਜਿਨ੍ਹਾਂ ਦੇ ਕੋਲ ਅੱਜ ਤੱਕ ਨਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਕੋਈ ਪਹੁੰਚਿਆ, ਨਾ ਕਾਂਗਰਸ ਦੀ ਰੂਲਿੰਗ ਪਾਰਟੀ 'ਚੋਂ ਕੋਈ ਪਹੁੰਚਿਆ, ਨਾ ਕੋਈ ਐਮਐਲਏ ਪਹੁੰਚਿਆ। ਕਰਤਾਰ ਸਿੰਘ ਜੀ ਇੱਥੇ ਬੈਠੇ ਆ, ਇਹਨਾਂ ਦਾ ਸੁਖਦੇਵ ਸਿੰਘ ਜੀ, ਮਹਿੰਦਰ ਸਿੰਘ ਜੀ, ਕੁਲਦੀਪ ਸਿੰਘ ਜੀ ਤੇ ਮੰਨਤ ਮਸੀਹ, ਅੱਜ 5 ਪਰਿਵਾਰ ਮੈਂ ਇੱਥੇ ਲੈ ਕੇ ਆਇਆ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਪੱਕੀ ਚਲੀ ਗਈ ਹੈ। ਔਰ ਮੈਨੂੰ ਬੜਾ ਅਫਸੋਸ ਹੋਇਆ, ਬੜਾ ਦੁੱਖ ਹੋਇਆ ਇਹਨਾਂ ਦੀ ਗੱਲ ਸੁਣ ਕੇ। 2-3 ਨੇ ਤਾਂ ਸਰਕਾਰੀ ਹਸਪਤਾਲ 'ਚ ਵੀ ਜਿਹੜਾ ਇੰਜੈਕਸ਼ਨ ਲੱਗ ਰਹੇ ਸੀ ਉਹਨਾਂ ਦੇ ਖਰਚੇ ਆਪ ਦਿੱਤੇ ਆ। ਮਾਤਾ ਜੀ ਇੱਥੇ ਬੈਠੇ ਆ, ਇਹਨਾਂ ਦੇ ਹਸਬੈਂਡ ਹੈ, ਇਹਨਾਂ ਨੇ ਖਰਚਾ ਆਪ ਦਿੱਤਾ ਸਰਕਾਰੀ ਹਸਪਤਾਲ 'ਚ। ਤੇ ਫਿਰ ਇਹ ਤਾਂ ਸਿੱਧੇ ਪੋਲ ਖੁੱਲ ਗਈ ਸਰਕਾਰ ਦੀ ਕਿ ਤੁਸੀਂ ਤਾਂ ਕਹਿ ਰਹੇ ਸੀ ਖਰਚਾ ਸਾਡਾ, ਤੇ ਤੁਸੀਂ ਕਾਹਦਾ ਖਰਚਾ ਚੁੱਕ ਰਹੇ ਹੋ? ਔਰ ਇਹ ਆਪ ਦੀ ਗੱਲ ਮਾਤਾ ਜੀ ਹੁਣੇ ਦੱਸਣਗੇ ਵੀ। ਇਸੇ ਤਰ੍ਹਾਂ ਇੱਥੇ ਸਾਡੇ ਮਹਿੰਦਰ ਸਿੰਘ ਜੀ, ਉਹਨਾਂ ਦਾ ਕਾਕਾ ਸ਼ਾਇਦ ਇੱਥੇ ਆਪਣਾ ਸਾਰਾ ਇਹਨੇ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਾਇਆ। ਇਹਦੇ ਕੋਲ ਆ ਫਾਈਲ ਵੀ ਆਪਦੀ, ਸਾਰਾ ਖਰਚਾ ਇਹ ਆਪ ਦੇ ਤੌਰ ਤੇ ਦੇ ਰਿਹਾ। ਇਹਨਾਂ ਨੂੰ ਅੱਜ ਤੱਕ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ। ਕਹਿਣ ਦਾ ਭਾਵ ਕਿ ਇਹ 5 ਪਰਿਵਾਰਾਂ 'ਚ, ਚਾਹੇ ਕੋਈ ਸਰਕਾਰੀ ਹਸਪਤਾਲ 'ਚ ਇਲਾਜ ਕਰਾ ਰਿਹਾ, ਉਹਨਾਂ ਨੂੰ ਆਪਣੀ ਜੇਬ 'ਚੋਂ ਰੁਪਈਆ ਵੀ ਕਿਉਂ ਦੇਣਾ ਪਿਆ, ਮੇਰਾ ਪਹਿਲਾ ਸਵਾਲ। ਔਰ ਜਿਹੜੇ ਪ੍ਰਾਈਵੇਟ ਇਲਾਜ ਕਰਾ ਰਹੇ ਆ, ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਦੀ ਕਿਉਂ ਲੋੜ ਪਈ? ਇਸ ਲਈ ਲੋੜ ਪਈ
क्योंकि कांग्रेस दी किसी तरीके दे नाल इन्हां नाल हमदर्दी कोई नहीं। और वड्डी गल जिहड़ी गल दी चिंता माता जी भी गल करनगे तुहाडे नाल। माता जी कहंदे जी देखो असीं दिहाड़ी करन वाले लोग सां, असीं कोई बहुत तगड़े घरों सरकार दी अणगਹਿਲੀ करके साडे परिवार नाल एडा दुखदाई आसरा वापरिया। एक तो हो गए जिन्हां ने आपदे जी गवा लए, दूजे साडे नाल तां सारी उम्र लई जिहने बंदे ने कमाउणा सी अज वो बंदे दी उहने कमाउण जोगा भी नहीं रहा, सानू उहनूं साਂਭਣਾ। कि साडे परिवार दी एडी समर्था है कि आपदे परिवार चों एक बंदा विहला कर दी इन्हां नूं साਂਭਣ वास्ते, और सरकार साडा पता ही नहीं लै रही। तुसीं वेखो वो जिहड़ी कैप्टन अमरिंदर सिंह जी आए आपदी वो जॉय राइड वास्ते, एक फोटो अपॉर्चुनिटी, एक सैर सपाटे वास्ते इत्थे आए, उन्हां दे भाषण 'च ही हमदर्दी नहीं सी। मगरों उठ के जिहड़ा अपने एक कांग्रेस के प्रधान है जिन्हां दा नवां नाम बाजवा साहब ते दूलो साहब ने रखिया, तोता सिंह, ये जिन्हां दा तोता जाखड़, उहदे बारे उहने उठ के कहा कि जी तुसी उन्हां दी गल भी करो जिहड़े अखां तो जिन्हां दी रोशनी गई है। मैं पुछना चाहुंदा गल तां तुसी करती स्टेज ते अज किन्ने दिन हो गए तुहानूं तरन ताਰਨ तो मुड़िया नूं? क्यों नहीं हाले तक कोई अफसर इन्हां तक पहुंचिया? इन्हां दे फार्म हाले तक क्यों नहीं भराए? इन्हां नूं हाले तक क्यों खर्चा देना पै रहा? और मैं अज तुहानूं भी कहना जे तुसी कल्ले कल्ले घर तक संपर्क करोगे, पुलिस इसलिए नहीं वरती जा रही कि जी असी तुहाडा सानू दसो कौन नजायज़ शराब बेचदा सी या कौन गलत काम करदा सी। एक पासे तो DGP साहब कहंदे कि मैं तो हर पिंड 'च पुलिस वाला लाता, फिर वो पुलिस वाले सुत्ते तुहाडे? एक इन्हां दी स्कीम नहीं आई सी किहड़ा एक गार्डियन ऑफ गवर्नेंस लग्या, उत्तों इन्हें कहंदे असीं एक पुलिस वाला नियुक्त कीता है। ये सारा काम DGP दे दफ्तर दे नो हाउ 'च हो रहा। मैं अज तुहानूं स्पष्ट गल दस दे, नहीं तो एक पासे तुहाडा पुलिस वाले नाल मैं पुछदा जिहड़े पिंड 'च गल वापरी आ या जिहड़े आ ब्लाइंड हो गए, क्यों तुहाडा पुलिस वाला कित्थे सुत्ता पिया? एक पासे तुसीं कहंदे असीं एडा सिस्टम बनाता है, सानू सब पता लग जाता है जे बार्डर तो पार कोई गड़बड़ कर रहा है या पाकिस्तान तो कोई शरारत हो रही है। पिंड वाले पुलिस वाले जिहड़े तुहाडे लाए गार्डियन ऑफ गवर्नेंस या पुलिस वाले कित्थे सुत्ते पे? इसलिए मैं अखीर च बार बार इसे गल ते आ रहा कि कवर अप ऑपरेशन, क्लीन चिट इनक्वायरियां, क्लीन चिट SITयां, बेसिट्टा SITयां, इन्हां दा कोई मैना नहीं रह गया, कोई मतलब नहीं रह गया। अज इन्हां परिवारां नाल हमदर्दी की लोड़ है, इन्हां परिवारां नूं मदद की लोड़ है, इन्हां परिवारां नूं सहारे की लोड़ है जिहड़ी कांग्रेस की हुक्मरान सरकार विखा के राजी नहीं। और मैं अज ये परिवारां की जिहड़ी मंग है कि साडी माली सहायता, साडा खर्चा 20-20 लाख इन्हां परिवारां नूं भी मिलना चाहिए। आफ्टर ऑल परमानेंटली खत्म हो गए और इन्हां नूं खर्चा देना चाहिए। जो बाकी सहूलतां लानियां मिल क्यों नहीं रही? और 308 IPC, क्योंकि ये कल्पपल होमसाइड किया जिन्हें किया, 338 परमानेंट डिसेबिलिटी होगी, 272 की धारा, 273 की धारा और एक्साइज एक्ट दी धारावां क्यों नहीं लाइया जा रही? ये जिहड़ा कमज़ोर परचे पेश करने, उन्हां नूं कोर्ट 'च राहत दिवाउणी, ये सारी चीज़ां नूं अज लैके तुहाडे कोल आए। हाँ जी, मैं जी 308 IPC, 338, 272, 273 ते 61 ये मैं कल्ली मंग कर रहा जिन्हां दी मौत नहीं हुई है इन्हां परिवारां वल्लों जिहड़े परमानेंटली डिसेबल होए है। दूजियां लई तां 302 की मंग असीं स्पष्ट रखी है। इसे लई ये जिहड़ा कैप्टन अमरिंदर सिंह जी का खजाने चों आउणा, खर्चा करना, फेरी करनी, AC लाउणे, जे वो AC की ठंड इन्हां परिवारां तक नहीं पहुँच रही तो उहो जे AC का तुहाडे दा की फायदा? जिथे ठंड वरताउण आए सी उन्हां परिवारां नूं भी हमदर्दी पहुँचे, उन्हां परिवारां नूं भी महसूस होवे कि वाकई साडा मुख मंत्री सानूं मिलिया। मैं बीबी जी नूं पुछदा, माता जी जिस दिन कप्तान साहब आए तुहानूं मिले? है जी, तुहानूं मिले जी किसी नूं कप्तान साहब?
ਦੱਸੋ ਜਦ ਕਪਤਾਨ ਸਾਹਿਬ ਇਹਨਾਂ ਨੂੰ ਮਿਲ ਕੇ ਰਾਜੀ ਨਹੀਂ ਤਾਂ ਇਹਨਾਂ ਦੀ ਹਮਦਰਦੀ ਕਿਹਨੇ ਸਮਝਣੀ ਹੈ। ਜੇ ਡਾਕਟਰ ਤੁਹਾਡਾ ਹਾਲ ਚਾਲ ਜੇ ਨਬਜੀ ਨਾ ਵੇਖੇ ਤੇ ਇਹਨਾਂ ਦਾ ਦਰਦ ਕਿਹੜਾ ਦੂਰ ਕਰੂ। ਕੋਈ ਐਮਐਲਏ ਸਾਹਿਬ ਤੁਹਾਨੂੰ ਮਿਲੇ ਜੀ, ਕੋਈ ਡੀਸੀ, ਆ ਸੁਣ ਲਓ ਤੇ ਕੀ ਮਸਲਾ ਹੱਲ ਹੋਣਾ। ਇਹ ਸੇਮ ਵੇ ਜਿਵੇਂ ਦੁਸ਼ਹਿਰੇ ਟ੍ਰੈਜਡੀ ਵਾਲੇ ਗਰੀਬ ਰੋਲੇ ਸੀ, ਜਿਵੇਂ ਬਟਾਲੇ ਟ੍ਰੈਜਡੀ ਵਾਲੇ ਗਰੀਬ ਰੋਲੇ ਸੀ, ਉਸ ਤਰ੍ਹਾਂ ਇਹ ਗਰੀਬ ਰੋਲੇ ਨੇ। ਇਹਨਾਂ ਨੇ ਕਾਂਗਰਸ ਨੇ ਕੱਖ ਹੋਰ ਨਹੀਂ ਕਰਨਾ। ਔਰ ਮੇਰਾ ਫਰਜ਼ ਹੈ ਕਿ ਅਸੀਂ ਤੁਹਾਡੇ ਰਾਹੀਂ ਵਲਟੋਆ ਸਾਹਿਬ, ਮੈਂ, ਇਕਬਾਲ ਸੰਧੂ ਜੀ, ਹਰਮੀਤ ਜੀ, ਅਸੀਂ ਸਾਰੇ ਇਹੀ ਆਸ ਕਰਦੇ ਹਾਂ ਕਿ ਸਾਡਾ ਇਹਦੇ 'ਚ ਕੋਈ ਪੋਲੀਟੀਕਲ ਮਕਸਦ ਨਹੀਂ, ਮਗਰ ਹਾਂ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ, ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ। ਜਦ ਤੱਕ ਸਰਕਾਰ ਨਹੀਂ ਕਰੂਗੀ ਅਸੀਂ ਆਪ ਦੀ ਗੱਲ ਤੁਹਾਡੇ ਅੱਗੇ ਰੱਖਦੇ ਰਹਾਂਗੇ। ਜਦ ਸੀਐਮ ਜਿਹੜਾ ਹੈਡ ਆਫ ਗਵਰਨਮੈਂਟ ਹੋਵੇ ਆਵੇ ਕਵੇ ਕਿ ਜੀ ਖਰਚਾ ਸਾਡਾ ਤੇ ਅਸੀਂ ਇਹਨਾਂ ਨੂੰ ਮਦਦ ਦੇਣੀ ਹੈ ਤੇ ਇਹਨਾਂ ਨੂੰ ਕੋਈ ਖਰਚੇ ਲਈ ਪੁੱਛੇ ਤੱਕ ਨਹੀਂ, ਤੇ ਤੁਸੀਂ ਆਪ ਵੇਖ ਲਓ ਐਡਮਿਨਿਸਟ੍ਰੇਸ਼ਨ ਦਾ ਹਾਲ ਕੀ ਹੈ, ਐਡਮਿਨਿਸਟ੍ਰੇਸ਼ਨ ਦੀ ਹਮਦਰਦੀ ਕੀ ਹੈ। ਔਰ ਮੈਂ ਤੁਹਾਨੂੰ ਜੋ ਇਮਾਨਦਾਰੀ ਨਾਲ ਮੇਰੀ ਅਫਸਰਾਂ ਨਾਲ ਚੰਡੀਗੜ੍ਹ ਵੀ ਗੱਲ ਹੋਈ ਹੈ, ਵੇਖ ਲਿਓ ਜੀ ਕਿਸੇ ਨੂੰ ਮੁਆਵਜ਼ਾ ਜਿਹੜਾ 2 ਤੋਂ 5 ਲੱਖ ਕਰਤਾ, ਇਸ ਤਰ੍ਹਾਂ ਕਰਤਾ, ਉਸ ਤਰ੍ਹਾਂ ਕਰਤਾ, ਪਹੁੰਚਣਾ ਹੀ ਛੇਤੀ ਕਿਤੇ ਇਹਨਾਂ ਦੇ ਹਾਲ ਹੀ ਨਹੀਂ ਪੁੱਛਣਾ। ਔਰ ਸਰਕਾਰੀ ਨੌਕਰੀ ਦੇਖੋ, ਕੈਪਟਨ ਸੀਐਮ ਸਾਹਿਬ ਦੀ ਉਸ ਦਿਨ 7 ਮਿੰਟ ਹੀ ਬੋਲੇ, ਸਪੀਚ ਸੁਣਿਓ ਬੜੇ ਧਿਆਨ ਨਾਲ। ਕਹਿੰਦੇ ਜੀ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਥੱਲੇ ਘਰ ਬਣਾ ਦੇਂ, ਉਹ ਤਾਂ ਸਕੀਮ ਸਾਰੇ ਦੇਸ਼ ਲਈ ਚੱਲ ਰਹੀ ਹੈ, ਤੁਸੀਂ ਕੀ ਕਰਨਾ ਉਹਦੇ 'ਚ। ਫਿਰ ਕਹਿੰਦੇ ਜੀ ਅਸੀਂ ਜਿਹੜਾ ਉਹ ਇੰਸ਼ੋਰੈਂਸ ਦਾ ਕਾਰਡ ਬਣਦਾ ਗਵਰਨਮੈਂਟ ਆਫ ਇੰਡੀਆ ਦਾ ਆਯੁਸ਼ਮਾਨ, ਉਹਦੇ ਥੱਲੇ ਅਸੀਂ ਇਹਨਾਂ ਦੀ ਇੰਸ਼ੋਰੈਂਸ ਕਰ ਦਿਆਂਗੇ। ਇਹ ਤਾਂ ਗਵਰਨਮੈਂਟ ਆਫ ਇੰਡੀਆ ਦੀ ਸਕੀਮਾਂ ਤੁਸੀਂ ਗਣਾਈ ਜਾਂਦੇ ਹੋ। ਨਰੇਗਾ ਦੇ ਜੌਬ ਕਾਰਡ ਬਣਾ ਦੇਣੇ ਆ। ਮਤਲਬ ਵੇਖੋ ਕਿਵੇਂ ਲੋਕਾਂ ਨੂੰ ਮੂਰਖ ਬਣਾ ਕੇ ਉਦਣ ਗਏ ਆ। ਫਿਰ ਕਹਿੰਦੇ ਜੀ ਰੋਜ਼ਗਾਰ ਕੀ 'ਚ ਦੇਵਾਂਗੇ, ਘਰ ਘਰ ਰੋਜ਼ਗਾਰ। ਘਰ ਘਰ ਰੋਜ਼ਗਾਰ ਦਾ ਤੁਸੀਂ ਮਤਲਬ ਸਮਝੇ ਪ੍ਰਾਈਵੇਟ ਠੇਕੇ ਦੀ ਜੌਬ, ਨੋ ਸਰਕਾਰੀ ਨੌਕਰੀ, ਕੰਟਰੈਕਟ ਦੀ ਜੌਬ, ਜਿਹੜੀ ਸਵੇਰੇ ਉਹ ਕੱਢ ਦੇਵੇ, ਰੱਖਣਾ ਰੱਖੇ, ਸਵੇਰੇ ਹੀ ਕੱਢ ਦੇਵੇ। ਮਤਲਬ ਤੁਸੀਂ ਕਿਉਂ ਯਾਰ ਕਿਸੇ ਦੇ ਪਹਿਲਾਂ ਤੁਸੀਂ ਅਣਗਹਿਲੀ ਕੀਤੀ, ਬੰਦਿਆਂ ਦੀ ਡੈਥ ਹੋਈ, ਫਿਰ ਤੁਸੀਂ ਉਹਨਾਂ ਦੀ ਇਸ ਤਰ੍ਹਾਂ ਆ ਕੇ ਮਜ਼ਾਕ ਉਡਾਓ ਉਸ ਮੌਤ ਦਾ। ਨਹੀਂ ਤੁਸੀਂ ਦੇਣਾ, ਤੁਸੀਂ ਸਪਸ਼ਟ ਹੋ ਕਿ ਅਸੀਂ ਆਹ ਦੇ ਰਹੇ ਹਾਂ, ਨਹੀਂ ਦੇ ਰਹੇ। ਤੁਸੀਂ ਫਜ਼ੂਲ ਦੀ ਉੱਤੇ ਬੋਲੇ ਸੋ ਨਿਹਾਲ ਦੇ ਜਕਾਰੇ ਛਡਾਈ ਜਾਂਦੇ ਹੋ। ਮਤਲਬ ਜਕਾਰੇ ਦਾ ਬੜਾ ਅਹਿਮੀਅਤ ਹੈ। ਜਕਾਰੇ ਦੀ ਗੁਰੂ ਸਾਹਿਬ ਨੇ ਜਦੋਂ ਇਹ ਜਕਾਰੇ ਤੇ ਕਿੰਨੀ ਬਖਸ਼ਿਸ਼ ਹੈ, ਤੁਸੀਂ ਉਹ ਜਕਾਰਾ ਦੀ ਗਲਤ ਦੁਰਵਰਤੋਂ ਕਿਉਂ ਹੋ ਰਹੀ ਹੈ। ਤੁਸੀਂ ਜੇ ਹਮਦਰਦੀ ਨਹੀਂ ਰੱਖਦੇ ਤੇ ਜਕਾਰਾ ਫਿਰ ਕਾਹਦਾ ਛਡਾ ਰਹੇ ਹੋ ਆਪਦਾ ਉੱਤੇ। ਮਤਲਬ ਐਡਾ ਲੋਕਾਂ ਦੀ ਭਾਵਨਾ ਨਾਲ ਖੇਡਿਆ ਜਾ ਰਿਹਾ। ਮੈਂ ਉਸ ਗੱਲ ਦੇ ਖਿਲਾਫ ਹਾਂ। ਸਪਸ਼ਟ ਗੱਲ ਕਰੋ। ਜਿਹੜੇ ਨਕਾਰਾ ਹੋ ਚੁੱਕੇ ਆ ਜ਼ਿੰਦਗੀ ਤੋਂ, ਜਿਹੜੇ ਜਿਨ੍ਹਾਂ ਵਾਸਤੇ ਜ਼ਿੰਦਗੀ ਬੋਝ ਬਣ ਗਈ ਹੈ ਤੇ ਪਰਿਵਾਰ ਵਾਸਤੇ ਵੀ ਬੋਝ ਬਣ ਗਈ ਹੈ, ਇਹ ਅਜੇ ਗਿਣਤੀ ਕਿੱਡੀ ਵੱਡੀ ਆ ਉਹ ਵੀ ਜਿਹੜਾ ਪ੍ਰਸ਼ਾਸਨ ਨਹੀਂ ਦੱਸ ਰਿਹਾ। ਇਹਨਾਂ ਦੀ ਮਤਲਬ ਜਿਹੜੀ ਮਦਦ ਕਰਨੀ ਚਾਹੀਦੀ, ਜਿਹੜਾ ਸਰਕਾਰ ਦਾ ਫਰਜ਼ ਬਣਦਾ ਹੈ, ਜਿਨ੍ਹਾਂ ਦੀ ਕਰਤੂਤ ਕਰਕੇ, ਜਿਨ੍ਹਾਂ ਦੇ ਕਾਲੇ ਕਾਰਨਾਮੇ ਕਰਕੇ ਇਹ ਵਿਚਾਰੇ ਜਿਹੜੇ ਆ ਅੱਜ ਇੱਥੇ ਤੱਕ ਪਹੁੰਚੇ ਆ, ਨਕਾਰਾ ਹੋਏ ਨੇ, ਉਹਨਾਂ ਦੀ ਕੋਈ ਬਾਤ ਹੀ ਨਾ ਪੁੱਛੇ। ਇਹ ਸਭ ਤੋਂ ਬੜੀ ਗੱਲ। ਦੇਖੋ ਅਸੀਂ ਅੱਜ ਇਹ ਫੈਮਿਲੀਜ਼ ਤੁਹਾਡੇ ਕੋਲ ਲੈ ਕੇ ਆਏ ਆ, ਅਸੀਂ ਵੀ ਸੰਪਰਕ ਕਰ ਰਹੇ ਹਾਂ ਜੀ, ਮਗਰ ਤੁਸੀਂ ਨਾ ਆਪ ਦੇ ਇੱਕ ਸਟੱਡੀ ਸਰਵੇ ਕਰ ਲਿਓ। ਦੇਖੋ ਮੈਂ ਸਾਰੇ ਪਰਿਵਾਰਾਂ ਨਾਲ ਕਾਫੀਆਂ ਨਾਲ ਸੰਪਰਕ ਕੀਤਾ, ਉਹਨਾਂ ਨੂੰ ਫਿਰ ਜਦੋਂ ਜਿੱਥੇ ਮੈਂ ਹੋ ਜਾਣਾ ਉਹਦੇ ਪਿੱਛੋਂ ਥਾਣੇਦਾਰ ਭੇਜ ਦਿੰਦੇ ਹੋ ਪਿੰਡ 'ਚ ਕਿ ਐਵੇਂ ਜੇ ਕੋਈ ਘੁੱਗੀ ਨਾ ਮਾਰ ਦਿਓ ਕਿਸੇ ਕਾਗਜ਼ 'ਚ, ਜਾਂ ਬਿਆਨ ਨਾ ਦੇ ਦਿਓ, ਜਾਂ ਕੋਰਟ 'ਚ ਨਾ ਚਲੇ ਜਾਇਓ, ਫਿਰ ਇਹ ਵੀ ਨਹੀਂ ਮਿਲਣਾ ਤੁਹਾਨੂੰ। ਇਹ ਕਿਹੜਾ ਕੰਮ ਹੋਇਆ। ਮਤਲਬ ਉਹਨੂੰ ਪ੍ਰੈਸ਼ਰਾਈਜ਼ ਕਰਨਾ ਕਿ ਜੇ ਤੁਸੀਂ ਸਰਕਾਰ ਦੇ ਹਿਸਾਬ ਨਾਲ ਨਾ ਚੱਲੇ, ਵਿੱਚ ਹੀ ਐਮਐਲਏ ਇਨਵੋਲਡ ਹੈ, ਵਿੱਚ ਡੀਐਸਪੀ, ਵਿੱਚ ਐਸਐਚਓ, ਵਿੱਚ ਐਸਐਸਪੀ, ਸਾਰਾ ਐਡਮਿਨਿਸਟ੍ਰੇਸ਼ਨ ਲੱਗ ਗਿਆ ਕਿਉਂਕਿ ਅਸੀਂ ਇੱਕ ਹਾਈ ਕੋਰਟ ਲਈ ਰਿਟ ਬਣਵਾ ਰਹੇ ਸਾਂ। ਉਹਦੇ 'ਚ ਵੀ ਜਾ ਕੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕੀਤਾ ਕਿ ਨਾ ਇਸ ਗੱਲ 'ਤੇ ਆ ਤੁਹਾਡੇ ਇੱਕ ਪੈਸੇ ਕੋਈ ਨਹੀਂ ਮਿਲਣੇ। ਜਾਂ ਤਾਂ ਤੁਸੀਂ ਫਿਰ ਇਹਨਾਂ ਦੀ ਸੁਣਵਾਈ ਕਰਕੇ ਜਸਟਿਸ ਕਰ ਦਿਓ। ਹਾਈ ਕੋਰਟ ਕਿਉਂ ਜਾਵੇ ਕੋਈ। ਹਾਈ ਕੋਰਟ ਤਾਂ ਉਦੋਂ ਬੰਦਾ ਜਾਣ ਨੂੰ ਮਜਬੂਰ ਹੁੰਦਾ ਜਦ ਨਾ ਸੁਣੀ ਜਾਵੇ। ਜੇ ਸਰਕਾਰ ਇਨਸਾਫ ਦੇ ਦੇਵੇ ਫਿਰ ਹਾਈ ਕੋਰਟ ਦੀ ਲੋੜ ਹੀ ਨਹੀਂ ਜਾਣ ਦੀ ਕਿਸੇ ਨੂੰ। ਸ਼ਰਾਬ ਨਾਲ ਜਦੋਂ ਮੌਤਾਂ ਹੋ ਜਾਂਦੀਆਂ ਵਾ ਉਸ ਤੋਂ ਬਾਅਦ ਫੜੋ ਫੜਾਈ ਵੀ ਹੁੰਦੀ ਆ, ਕੁਝ ਬੰਦੇ ਫੜੇ ਵੀ ਜਾਂਦੇ ਆ, ਕਿੰਨੀ ਮਾਤਰਾ ਦੇ ਵਿੱਚ ਪੰਜਾਬ 'ਚ ਜਿਹੜੀ ਪੁਲਿਸ ਚਲੇ ਜਾਂਦੀ ਆ, ਤੁਹਾਨੂੰ ਲੱਗਦਾ ਇਹ ਜਾਇਜ਼ ਆ ਪ੍ਰਸ਼ਾਸਨ ਜੋ ਕਰ ਰਿਹਾ? ਨਹੀਂ, ਮੈਂ ਦਿਨਕਰ ਗੁਪਤਾ ਜੀ ਨੂੰ
ਇੱਕ ਗੱਲ ਦੀ ਇਕੱਲੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਮੈਂ ਕਿ ਜਿਹੜਾ 2-3 ਦਿਨ ਪ੍ਰੈਸ ਨੋਟ ਬੜੇ ਕੱਢੇ ਕਿ ਅੱਜ 20,000 ਫੜ ਲਈ, ਅੱਜ 27,000 ਫੜ ਲਈ। ਤੇ ਮੈਂ ਦਿਨਕਰ ਜੀ ਨੂੰ ਪੁੱਛਣਾ ਚਾਹੁੰਦਾ ਤੇ ਪਹਿਲਾਂ ਧਿਆਨ ਕਿੱਥੇ ਭਟਕਦਾ ਫਿਰਦਾ ਸੀ? ਉਦੋਂ ਵੀ ਤਾਂ ਤੁਸੀਂ ਕਹਿੰਦੇ ਸੀ ਮੈਂ ਪਿੰਡ ਪੁਲਿਸ ਵਾਲਾ ਲਾਤਾ। ਫਿਰ ਜਾਂ ਤਾਂ ਇਹਦੇ 'ਚ ਕੁਛ ਸੈਟਿੰਗ ਉੱਤੇ ਤੱਕ ਸੀ ਜਿਹੜਾ ਤੁਸੀਂ ਬੋਲਦੇ ਨਹੀਂ ਸੀ। ਹੁਣ ਜਿਹੜਾ ਐਸਐਸਪੀ ਜਿਹੜਾ ਦਿਨ ਦਿਹਾੜੀ ਜਿਹਨੇ ਡਕੈਤੀ ਕੀਤੀ ਹੋਵੇ ਉਸ ਨੂੰ ਉਸ 'ਚ ਵੀ ਬਚਾਇਆ ਜਾ ਰਿਹਾ ਔਰ 100 ਮੌਤਾਂ ਲਈ ਜ਼ਿੰਮੇਵਾਰ ਹੋਵੇ। ਜੇ ਡੀਐਸਪੀ ਸਸਪੈਂਡ ਹੈ, ਐਸਐਚਓ ਸਸਪੈਂਡ ਹੈ, ਜਿਹੜਾ ਕਪਤਾਨ ਹੈ ਉਸ ਜ਼ਿਲ੍ਹੇ ਦਾ ਉਹ ਰਿਸਪਾਂਸਿਬਲ ਨਹੀਂ। ਇਸ ਲਈ ਜਿਹੜੀ ਮੈਂ ਬਾਰ-ਬਾਰ ਜਿਹੜਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਅਫਸਰਾਂ ਦੀ ਮੈਂ ਗੱਲ ਨਹੀਂ ਕਰਦਾ। ਐਸਐਸਪੀ ਛੋਟੀ ਗੱਲ ਹੋ ਗਈ, ਐਸਐਚਓ ਛੋਟੀ ਗੱਲ ਹੋ ਗਈ। ਜਿਹੜਾ ਡੀਜੀਪੀ ਹੈ, ਤਾਰਾਂ ਤਾਂ ਉੱਥੇ ਤੱਕ ਜੁੜ ਰਹੀਆਂ। ਹੁਣ ਕਿਹਦੀ ਅਨਾਉਂਸਮੈਂਟ ਸੀ ਕਿ ਅਸੀਂ ਪਿੰਡ ਇੱਕ ਪੁਲਿਸ ਵਾਲੇ ਦੀ ਡਿਊਟੀ ਲਾਤੀ ਹੈ, ਜੀਓਜੀ ਲਾਤਾ। ਵੇਅਰ ਆਰ ਦੇ ਸਲੀਪਿੰਗ? ਵਾਟ ਆਰ ਦੇ ਡੂਇੰਗ? ਮਤਲਬ ਤੁਹਾਨੂੰ ਪਤਾ ਸੀ ਤਾਂ ਵੀ ਤੁਸੀਂ ਕੁਝ ਨਹੀਂ ਕਰਦੇ ਸੀ। ਅੱਜ ਤੁਸੀਂ ਰੋਜ਼ ਪ੍ਰੈਸ ਨੋਟ ਕੱਢ ਦਿੰਦੇ ਹੋ ਕਿ 30,000 ਫੜ ਲਈ, 20,000 ਫੜ ਲਈ। ਪਹਿਲਾਂ ਤੁਹਾਡੀ ਫੜਨ ਦੀ ਮਾਨ ਹੀ ਨਹੀਂ ਸੀ। ਨਜਾਇਜ਼ ਹਰਾਸਮੈਂਟ ਵੀ ਬਹੁਤ ਪੁਲਿਸ ਕਰ ਰਹੀ ਹੈ। ਇੱਕ ਨੌਜਵਾਨ ਦੀ ਮੌਤ ਹੋ ਗਈ ਆ। ਹਾਈ ਕੋਰਟ ਰਿਟ ਜਾਏਗੀ ਜਿਵੇਂ ਡਰਾ ਰਹੇ ਆ, ਤੁਸੀਂ ਕਹਿ ਰਹੇ ਹੋ। ਦੇਖੋ ਕੋਈ ਤਾਂ ਨਿਕਲੂ ਦਲੇਰ, ਇੱਕ ਤਾਂ ਨਿਕਲਿਆ ਉਹ ਮੱਧੇਵਾਲ ਵਾਲਾ ਦਬਕਾ ਮਾਰਨਾ ਨਹੀਂ, ਇੱਕ ਤਾਂ ਦਲੇਰ ਨਿਕਲਿਆ ਮੇਰਾ ਵੀਰ। 5 ਨੂੰ ਮੋੜ ਲਿਆ ਕਿੰਨਾ ਚਿਰ। ਚਲੋ ਬਾਕੀ ਵੀ ਹੌਲੀ ਹੌਲੀ ਗੱਲ ਤਾਂ ਸੱਚ ਦੀ ਹੈ। ਮੇਰਾ ਕੋਈ ਪਰਸਨਲ ਤਾਂ ਨਹੀਂ ਨਾ ਜੀ, ਕਿਸੇ ਨਾਲ ਨਹੀਂ, ਨਾ ਡੀਜੀਪੀ ਸਾਹਿਬ ਨਾਲ ਸਾਡਾ ਪਰਸਨਲ, ਨਾ ਕਿਸੇ ਹੋਰ ਅਫਸਰ ਨਾਲ। ਮਗਰ ਸੱਚਾਈ ਵਾਸਤੇ ਤਾਂ ਲੜਾਂਗੇ। ਇਹ 10 ਦਿਨ ਰੋਕ ਲੈਣਗੇ, 20 ਦਿਨ ਰੋਕ ਲੈਣਗੇ, ਫਿਰ 30ਵਾਂ ਦਿਨ ਕਿਹੜਾ ਨਹੀਂ ਚੜ੍ਹਨਾ। ਮਜੀਠੀਆ ਸਾਹਿਬ, ਕੁਝ ਬੰਦੇ ਫੜੇ ਜਾ ਰਹੇ ਨੇ, ਸ਼ਰਾਬ ਦੇ ਤਸਕਰਾਂ ਦੀ ਗੱਲ ਕੀਤੀ ਜਾ ਰਹੀ ਵੀ ਇਹਨਾਂ ਨੂੰ ਫੜਿਆ ਜਾ ਰਿਹਾ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵੱਡੇ ਬੰਦੇ ਉਹਨਾਂ ਨੂੰ ਬਚਾਉਣ ਦੀ ਬਜਾਏ ਛੋਟਿਆਂ ਨੂੰ ਫੜਿਆ ਜਾ ਰਿਹਾ? ਓਏ ਯਾਰ ਇਹ ਸਭ ਕਵਰ ਅਪ ਆਪਰੇਸ਼ਨ ਚੱਲ ਰਿਹਾ ਹੈ। ਜਿਹੜਾ ਡੀਜੀਪੀ ਕਵੇ ਮੇਰੇ ਕੋ ਉਹ ਆਈਬੀ 'ਚ ਵੀ ਰਹੇ ਆ, ਫਿਰ ਉਹ ਕਹਿਣ ਕਿ ਆ ਪਾਕਿਸਤਾਨ ਤੋਂ ਜੇ ਕੋਈ ਸਾਡੇ ਦੇਸ਼ 'ਚ ਗਤੀਵਿਧੀ ਕਰਨਾ ਚਾਹੁੰਦਾ ਮੈਂ ਉਹਨੂੰ ਵੀ ਫੜ ਲੈਣਾ। ਤੇ ਜਿਹੜੀ ਗਤੀਵਿਧੀ ਆਪਣੇ ਬਾਰਡਰ ਦੇ ਅੰਦਰ ਚੱਲੀ ਜਾਂਦੀ ਹੈ ਪੰਜਾਬ ਦੇ, ਉਹ ਗਤੀਵਿਧੀ ਵੇਲੇ ਪਤਾ ਨਹੀਂ ਧਿਆਨ ਇਹਨਾਂ ਦਾ ਕਿੱਥੇ ਭਟਕ ਜਾਂਦਾ, ਸੌ ਜਾਂਦੇ ਇਹ। ਉਦੋਂ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਸੰਘਾ ਜਾਂਦਾ ਕੋਈ ਕਿ ਇਹਨਾਂ ਦਾ ਧਿਆਨ ਨਹੀਂ ਜਾਂਦਾ ਉਸ ਵੇਲੇ। ਮਜੀਠੀਆ ਸਾਹਿਬ, ਮਾਈ ਕੁਐਸਚਨ ਇਜ਼ ਕਿ ਛੋਟੇ ਬੰਦੇ ਫੜੇ ਜਾ ਰਹੇ, ਵੱਡੇ ਬੰਦਿਆਂ ਦੇ ਹੱਥ ਨਹੀਂ ਪਾਇਆ ਜਾ ਰਿਹਾ। ਤੁਹਾਡਾ ਕੀ ਕਹਿਣਾ ਜੀ? ਉਹ ਫੜਨ ਵਾਲਿਆਂ ਦਾ ਮਨ ਹੀ ਨਹੀਂ ਫੜਨਾ। ਉਹਨਾਂ ਨੂੰ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਤਾਂ ਸਟੇਜ ਤੇ ਬਿਠਾ ਲਿਆ ਸੀ ਨਾਲ। ਉਹ ਬੈਠੀ ਸੀ ਸਟੇਜ ਤੇ, ਤੁਹਾਨੂੰ ਕਿਹੜਾ ਨਹੀਂ ਦੱਸਦੇ ਸੀ ਉੱਥੇ ਸਟੇਜ ਤੇ ਬੈਠੀ? ਨਹੀਂ, ਮੈਂ ਤਾਂ ਅੱਗੇ ਸਾਡੇ ਐਮਐਲਏ ਨੇ ਦੱਸਿਆ ਹੀ ਆ ਜੀ। ਜਿਹੜੀ ਸਾਰੇ ਐਸਐਚਓ ਕੌਣ ਲਾ ਰਿਹਾ, ਡੀਐਸਪੀ ਕੌਣ ਲੈ ਕੇ ਆ ਰਿਹਾ? ਉਹ ਬੀਬੀ ਬਿਆਨ ਦੇ ਕੇ ਆਈ ਹੈ ਕਾਂਗਰਸ ਦੇ ਐਮਐਲਏਆਂ ਦੇ ਖਿਲਾਫ। ਰੂਲਿੰਗ ਪਾਰਟੀ ਦਾ ਕੰਮ ਹੈ, ਇਹ ਤਾਂ ਬੜਾ ਕਲੀਅਰ ਚੱਲ ਰਿਹਾ। ਔਰ ਇੱਕ ਆ ਮੈਂ ਤੁਹਾਨੂੰ ਵੀਡੀਓ ਜ਼ਰੂਰ ਵਿਖਾਉਣਾ ਚਾਹੁੰਦਾ ਕੈਪਟਨ ਸਾਹਿਬ ਦੇ ਉਦਣ ਦੀ, ਜਿਹੜੀ 7 ਮਿੰਟਾਂ ਦੀ ਫੇਰੀ ਸੀ ਉਹਦੀ। ਇੱਕ ਮੈਨੂੰ ਪਤਾ ਲੱਗਿਆ ਕਿ ਆ ਮਗਰੋਂ ਉੱਠ ਕੇ ਜਾਖੜ ਸਾਹਿਬ ਨੇ ਲੇਕਿਨ ਨਿਗਾਹ ਚਲੀ ਗਈ ਉਹਨਾਂ ਬੱਚੇ, ਉਹਨਾਂ ਵਾਸਤੇ ਵੀ ਇਹੀ 5 ਲੱਖ ਰੁਪਈਆ ਮੈਂ ਅਦਾ ਕਰਦਾ ਤਾਂ ਕਿ ਉਹਨਾਂ ਨੂੰ ਵੀ ਦਿੱਤਾ ਜਾਵੇ। ਉਹ ਜਿਹੜੇ ਗਏ ਉਹ ਤਾਂ ਗਏ, ਪਰ ਇਹ ਕੀ ਕੰਮ ਕਰਨਗੇ ਅੱਗੇ ਜਾ ਕੇ? ਹਮਦਰਦੀ ਆਪਣਾ ਤਾਂ ਕਿ ਉਹਦਾ ਇੰਟਰਸਟ ਅਨਾਉਂਸ ਕੀਤਾ, ਕੁਛ ਤਾਂ ਕੋਈ ਰਿਆ ਨਹੀਂ। ਫਿਰ ਹਮਦਰਦੀ ਵੇਖੋ ਕਿਸ ਤਰ੍ਹਾਂ ਦੀ ਦਿਖਾਈ। ਕਹਿੰਦਾ ਜਿਹੜੇ ਗਏ ਉਹ ਤਾਂ ਗਏ। ਵਾਟ ਡੂ ਯੂ ਮੀਨ ਯਾਰ? ਸਰ, ਇੱਕ ਉਹ ਜਿਹੜੀ ਸਪੀਚ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹਦੇ 'ਚ ਹਰ ਇੱਕ ਲੀਡਰ ਨੇ ਆਪਣੀ ਸਪੀਚ ਦੇ ਵਿੱਚ ਇੱਕ ਗੱਲ ਦੁਹਰਾਈ ਹੈ ਕਿ ਲਾਸ਼ਾਂ ਦੇ ਉੱਪਰ ਸਿਆਸਤ ਹੋ ਰਹੀ ਹੈ। ਤੁਹਾਨੂੰ ਲੱਗਦਾ ਕਿ ਆ ਜੋ ਤੁਸੀਂ ਕਰ ਰਹੇ ਹੋ ਇਹ ਸਿਆਸਤ ਹੈ, ਜਾਂ ਉਹਦੇ ਜਵਾਬ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਮੈਂ ਬੇਨਤੀ ਕਰਾਂ ਜੀ, ਕਾਂਗਰਸ ਕੀ ਕਹਿ ਰਹੀ ਹੈ ਕੀ ਨਹੀਂ ਕਹਿ ਰਹੀ ਉਹਦਾ ਮਹਿਣਾ ਕੋਈ ਨਹੀਂ। ਜੇ ਉਹ ਇਹ ਗਲਤ ਕੰਮ ਨਾ ਕਰਾਉਂਦੇ ਤੇ ਇਹ ਮੌਕਾ ਵੀ ਕਿਸੇ ਨੂੰ ਮਿਲਣਾ ਨਹੀਂ ਸੀ। ਨਾ ਕੋਈ ਇਹੋ ਜਿਹਾ ਮੌਕਾ ਰੱਬ ਕਦੇ ਦਵੇ ਕਿਸੇ ਨੂੰ। ਅੱਜ ਇਹਨਾਂ ਦੇ ਪਰਿਵਾਰ ਦੇਖੋ, ਕੋਈ ਅਮੀਰ ਆ, ਗਰੀਬ ਆ, ਹਰੇਕ ਨੂੰ ਆਪਦਾ ਨਿਆਣਾ ਬਹੁਤ ਪਿਆਰਾ, ਹਰੇਕ ਨੂੰ ਆਪਦੇ ਦਿਲ ਦੇ ਟੁਕੜੇ ਨਾਲ ਬੜੀ ਸਾਂਝ ਆ, ਚਾਹੇ ਕੋਈ ਬਜ਼ੁਰਗ ਹੋਵੇ ਚਾਹੇ ਕੋਈ ਨਿਆਣਾ ਹੋਵੇ। ਅੱਜ ਇਹ ਨਾ ਇਹ 100-150 ਦੀ ਡੈਥ ਹੁੰਦੀ ਤੇ ਆਪੇ ਸਰਕਾਰ ਦਾ ਕਿਹਨੇ ਕੀ ਨੁਕਸ ਕੱਢਣਾ ਸੀ। ਇਨਸਟੈਡ ਆਫ ਅੱਜ ਵੀ ਕੋਰਸ ਕਰੈਕਸ਼ਨ ਦੀ ਜਗ੍ਹਾ ਸਾਡੇ 'ਚ ਨੁਕਸ ਕੱਢੀ ਜਾ ਰਹੀ। ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, ਇਹਨਾਂ ਨੂੰ ਜੋ ਵਾਅਦਾ ਕੀਤਾ ਪੂਰਾ ਕਰ ਦਿਓ। ਅੱਜ ਪ੍ਰੈਸ ਕਾਨਫਰੰਸ ਦੀ ਲੋੜ ਹੀ ਨਹੀਂ ਸੀ। ਤੁਸੀਂ ਪਹੁੰਚੋ ਨਾ, ਅਸੀਂ ਗੱਲ ਨਾ ਉਠਾਈਏ। ਜੇ ਸਾਡੇ ਕੋਲ ਕੋਈ ਗੱਲ ਧਿਆਨ 'ਚ ਆਉਂਦੀ ਹੈ ਗਲਤ ਗੱਲ, ਤੇ ਫਿਰ ਚੱਕੀ ਚਾਹੁੰਦੇ ਕੀ ਹੈ ਕਾਂਗਰਸੀ?
ਲੱਗਦਾ ਇੱਕ ਹਫ਼ਤਾ ਪਹਿਲਾਂ ਸੀਐਮ ਨੇ ਅਨਾਉਂਸਮੈਂਟ ਕੀਤੀ ਸੀ ਇਹਨਾਂ ਵਾਸਤੇ, ਉਹ ਫਿਰ ਸਿਆਸੀ ਬਿਆਨ ਮੰਨਿਆ ਜਾਂਦਾ? ਸਿਆਸੀ ਆ ਜੀ, ਉਹ ਤਾਂ ਸਟੇਜ ਤੇ ਚੇਤਾ ਕਰਿਆ, ਸਟੇਜ ਤੇ ਚੇਤਾ ਭੁੱਲ ਗਿਆ। ਸਿਆਸੀ ਬਿਆਨ ਹੈ। ਜਿਸ ਤਰੀਕੇ ਦੀ ਅਨਾਉਂਸਮੈਂਟ ਹੋਈ ਉਸ ਤਰੀਕੇ ਦਾ ਰਿਜ਼ਲਟ ਗਰਾਊਂਡ 'ਚ ਵੇਖਣ ਨੂੰ ਮਿਲ ਰਿਹਾ। ਤੁਸੀਂ ਸਾਰਿਆਂ ਨੇ ਦੁਸ਼ਹਿਰਾ ਟ੍ਰੈਜਡੀ ਕਵਰ ਕੀਤੀ ਆ, ਦੁਸ਼ਹਿਰੇ ਵਾਲਿਆਂ ਨੂੰ ਇਨਸਾਫ ਮਿਲ ਗਿਆ ਤੁਹਾਡੇ ਹਿਸਾਬ ਨਾਲ? ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨਾਲ, ਜਦੋਂ ਕੈਂਡਲ ਲਾਈਟ ਕੱਢੀ ਜਾਂਦੀ ਸੀ, ਉਹ ਜੋ ਦੰਦੀਆਂ ਕੱਢੀਆਂ ਗਈਆਂ ਸੀ ਕੈਂਡਲ ਲਾਈਟ ਵੇਲੇ, ਅੱਜ ਤੱਕ ਉਹਨਾਂ ਤੇ ਜ਼ਖਮ ਤੇ ਨੂਨ ਛਿੜਕਿਆ ਜਾ ਰਿਹਾ। ਅੱਜ ਤੱਕ ਕੁਝ ਪਰਿਵਾਰਾਂ ਨੇ ਇਹ ਕਿਹਾ ਕਿ ਜੇਕਰ ਠੇਕੇ ਤੇ ਮਿਲਣ ਵਾਲੀ ਸ਼ਰਾਬ ਇਹਨਾਂ ਲੋਕਾਂ ਦੀ ਪਹੁੰਚ 'ਚ ਹੁੰਦੀ ਤੇ ਇਹਨਾਂ ਨੂੰ ਕੀ ਲੋੜ ਪੈਂਦੀ ਇਹਨਾਂ ਨੂੰ ਜ਼ਹਿਰੀਲੀ ਸ਼ਰਾਬ ਪੀਣ ਦੀ? ਸਰਕਾਰ ਆਪਣਾ ਰੈਵਨਿਊ ਵਧਾਉਣ ਦੇ ਚੱਕਰ 'ਚ ਦਿਨ ਬ ਦਿਨ ਮਹਿੰਗੀ ਕਰ ਰਹੀ ਸ਼ਰਾਬ। ਤੇ ਦੇਖੋ ਯਾਰ, ਇੱਕ ਨਾ ਇਹਦੇ 'ਚ ਕਈ ਪੱਖ ਨੇ, ਬੜਾ ਲੰਬਾ ਮਸਲਾ ਹੈ। ਸਰਕਾਰ ਦੀ ਮਿਲੀ ਭੁਗਤ ਨਾਲ, ਹੁਕਮਰਾਨਾਂ ਦੇ ਮਿਲੀ ਭੁਗਤ ਨਾਲ 2 ਨੰਬਰ ਨਜਾਇਜ਼ ਸ਼ਰਾਬ ਦਾ ਕੰਮ ਬੜੇ ਵੱਡੇ ਪੱਧਰ ਤੇ ਚੱਲ ਰਿਹਾ। ਇਹ ਗੱਲ ਦਾ ਰੌਲਾ ਤਾਂ ਚੀਫ ਸੈਕਟਰੀ ਨੇ ਪਾ ਲਿਆ, ਮਗਰ ਉਸ ਤੋਂ ਚੀਫ ਸੈਕਟਰੀ ਨੂੰ ਥ੍ਰੈਟਨ ਕਰਤਾ ਕਿ ਤੈਨੂੰ ਕੱਢ ਦਿਆਂਗੇ। ਜੇ ਚੀਫ ਸੈਕਟਰੀ ਝੂਠਾ ਸੀ ਜਾਂ ਮਾੜਾ ਸੀ, ਫਿਰ ਉਹਨੂੰ ਤੁਸੀਂ ਅੱਜ ਚੇਅਰਮੈਨ ਕਿਉਂ ਲਾਤਾ ਐਡਾ ਰੈਂਕ ਦੇ ਕੇ? ਮਤਲਬ ਉਹ ਗੱਲ ਸੱਚੀ ਕਰਦਾ ਸੀ, ਮਗਰ ਉਦੋਂ ਉਹਨੂੰ ਦਬਾਉਣਾ ਸੀ। ਠੀਕ ਹੈ ਜੀ, ਥੈਂਕ ਯੂ। ਕੱਲ ਨਵਜੋਤ ਕੌਰ ਸਿੱਧੂ ਨੇ ਇੱਕ ਲੈਟਰ ਲਿਖੀ ਹੈ ਜੀ ਮੋਦੀ ਸਾਹਿਬ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ, ਕਿ ਕਿਸਾਨਾਂ ਦੇ ਲੋਨ ਮਾਫ ਕੀਤੇ ਜਾਣ, ਸਬਸਿਡੀ ਦਿੱਤੀ ਜਾਏ। ਇਹਨੂੰ ਕਿਵੇਂ ਵੇਚਦੇ ਹੋ? ਹੁਣ ਥੋੜਾ ਲੱਗਦਾ ਕਿ ਸਿੱਧੂ ਮੈਡਮ ਜੀ ਮੋਦੀ ਵਾਲ ਥੋੜੇ ਡੋਰੇ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਦੇਖੋ, ਮੈਡਮ ਕੀ ਕਰਦੇ ਤਾਂ ਮੈਡਮ ਹੀ ਦੱਸ ਸਕਦੇ ਜੀ। ਬਾਕੀ ਉਹੋ ਜੀ ਚਿੱਠੀ ਕਿਤੇ ਕੈਪਟਨ ਸਾਹਿਬ ਨੂੰ ਲਿਖ ਲੈਂਦੇ ਜਾਂ ਬੇਭਰੋਸਗੀ ਹੋ ਗਈ ਆ। ਹੁਣ ਰਾਹੁਲ ਗਾਂਧੀ ਤੇ ਅਸਲ, ਚਲੋ ਮੈਂ ਇਸ ਗੱਲ ਦੀ ਵੀ ਇੱਜ਼ਤ ਕਰਦਾ ਕਿ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਸਾਡੇ ਵਾਲਾ ਪੱਪੂ ਕਿਸੇ ਕੰਮ ਦਾ ਨਹੀਂ ਰਾਹੁਲ।